ਅੱਗੇ ਇਤਿਹਾਸ ਦੇ ਵਿੱਚ ਆ ਜਾਈਏ। ਇੱਕ ਬਹੁਤ ਵੱਡੀ ਉਦਾਹਰਨ ਅਸੀਂ ਗੁਰਦੇਵ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਛੋਟੇ ਸਾਹਿਬਜ਼ਾਦਿਆਂ ਦੀ ਲਈ ਨੇ। ਜੇ ਇਹਦੇ ਤੋਂ ਪਹਿਲਾਂ ਇੱਕ ਹੋਰ ਗੱਲ ਵੇਖੀਏ ਤੇ ਗੁਰੂ 6ਵੇਂ ਪਾਤਸ਼ਾਹ ਦੇ ਸਮੇਂ ਜਦੋਂ ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ 5 ਪਿਆਲੇ 5 ਪੀਰ 6ਠਮ ਪੀਰ ਬੈਠਾ ਗੁਰ ਭਾਰੀ, ਜਦੋਂ ਗੁਰ ਭਾਰੀ ਕਹਿ ਰਹੇ ਨੇ ਉਦੋਂ ਆਯੂ ਕਿੰਨੀ ਹੈ ਗੁਰਤਾ ਗੱਦੀ ਦੇ ਸਮੇਂ? ਜਦੋਂ 2 ਤਲਵਾਰਾਂ ਪਹਿਨੀਆਂ ਜਾ ਰਹੀਆਂ ਨੇ ਉਸ ਸਮੇਂ ਆਯੂ ਕਿੰਨੀ ਹੈ? 11 ਕੁ ਸਾਲ ਦੀ ਉਮਰ। ਤੇ ਸੁਰ ਸਿੰਘ ਦੇ ਰਹਿਣ ਵਾਲੇ ਨੱਥਮਲ ਤੇ ਅਬਦੁੱਲਾ ਨੂੰ ਇਹ ਗੱਲ ਕਹਿਣੀ ਪੈਂਦੀ ਹੈ 2 ਤਲਵਾਰੀ ਬੱਤੀਆਂ, ਇੱਕ ਮੀਰ ਦੀ, ਇੱਕ ਪੀਰ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਹਿੰਮਤ ਬਾਹਾਂ ਕੋਟਗੜ੍ਹ ਦਰਵਾਜ਼ਾ ਬਲਖ ਬਖੀਰ ਦੀ, ਨਾਲ ਸਿਪਾਹੀ ਨੀਲ ਨਾਲ ਮਾਰ ਦੁਸ਼ਟਾਂ ਕਰੇ ਤਾਕੀਰ ਦੀ, ਪੱਗ ਤੇਰੀ ਕੀ ਜਹਾਂਗੀਰ ਦੀ। ਹੁਣ ਉਦੋਂ ਅਜੇ ਜਹਾਂਗੀਰ ਦੀ ਪੱਗ ਦੀ ਗੱਲ ਸਾਹਮਣੇ ਨਹੀਂ ਆਈ, ਪਰ ਢਾਡੀ ਨੱਥਮਲ ਤੇ ਅਬਦੁੱਲਾ ਕਹਿ ਰਹੇ ਨੇ। ਕਿਉਂ? ਕਿਉਂਕਿ ਉਹਨਾਂ ਦੇ ਸਾਹਮਣੇ ਇੱਕ ਕੰਪੈਰੇਟਿਵ ਐਨਾਲਿਸਿਸ ਹੈ, ਇੱਕ ਤੁਲਨਾਤਮਕ ਅਧਿਐਨ ਹੈ। ਉਹਦਾ ਕੀ ਕਾਰਨ ਹੈ ਕਿ ਜਹਾਂਗੀਰ ਦੀ ਪੱਗ ਦੇ ਪਿੱਛੇ ਕਿਰਦਾਰ ਕੱਛੀ ਖੜੀ ਹੈ, ਗੁਰੂ ਦੀ ਦਸਤਾਰ ਦੇ ਪਿੱਛੇ ਕਿਰਦਾਰ ਖੜਾ। ਪੱਗ ਤੇਰੀ ਕੀ ਜਹਾਂਗੀਰ ਦੀ। ਜਹਾਂਗੀਰ ਆਪਣੇ ਦੋਸਤ ਸ਼ੇਰ ਅਫਗਨ ਖਾਨ ਦੇ ਘਰ ਗਿਆ। ਉਸ ਦੀ ਘਰਵਾਲੀ ਨੇ ਉਸ ਦੇ ਵਾਸਤੇ ਖਾਣਾ ਪਰੋਸਿਆ, ਲੈ ਕੇ ਆਈ। ਜਦੋਂ ਘਰਵਾਲੀ ਨੂੰ ਵੇਖਿਆ ਤੇ ਹੈਰਾਨ ਰਹਿ ਗਿਆ। ਇਹ ਕਿਵੇਂ ਹੋ ਸਕਦਾ? ਮੇਰਾ ਦੋਸਤ ਹੋਵੇ, ਮੇਰਾ ਅਹਿਲਕਾਰ ਹੋਵੇ, ਮੇਰੇ ਅੱਗੇ ਕੰਮ ਕਰ ਰਿਹਾ ਹੋਵੇ, ਮੇਰਾ ਅਹਿਲਕਾਰ ਹੋਵੇ, ਘਰਵਾਲੀ ਇੰਨੀ ਸੁੰਦਰ ਹੋਵੇ। ਨਾਮ ਪੁੱਛਦਾ ਤੇਰੀ ਘਰ ਦਾ ਨਾਂ ਕੀ ਹੈ? ਕਹਿੰਦੀ ਮਿਹਰ ਨਿਸਾਰ। ਆਪਣੇ ਦੋਸਤ ਨੂੰ ਕਤਲ ਕਰਾਇਆ, ਘਰਵਾਲੀ ਕੱਢ ਕੇ ਲੈ ਆਉਂਦੀ, ਨਾਮ ਨੂਰ ਜਹਾਂ ਰੱਖਿਆ, ਜਿਸ ਦੇ ਨਾਮ ਦਾ ਸਿੱਕਾ ਜਾਰੀ ਕੀਤਾ। ਹੁਣ ਇੱਕ ਕਿਰਦਾਰ ਕਸ਼ੀ ਹੈ, ਇੱਕ ਦੋਸਤ ਦਾ ਧੋਖਾ ਕਰਨਾ। ਹੁਣ ਅਸੀਂ ਇਸ ਦਸਤਾਰ ਨੂੰ ਇਸ ਰੂਪ 'ਚ ਵੇਖੀਏ ਕਿ ਸ਼ਾਇਦ ਜਹਾਂਗੀਰ ਦੀ ਦਸਤਾਰ ਜਿਹੜੀ ਉੱਤੇ ਹੀਰੇ ਮੋਤੀ ਨਹੀਂ ਲੱਗੇ ਹੋਣਗੇ, ਕੱਪੜਾ ਮਾੜਾ ਹੋਊਗਾ, ਗੁਰੂ ਘਰ ਦਾ ਕੱਪੜਾ ਚੰਗਾ ਹੋਊਗਾ। ਨਹੀਂ, ਇਹਨੂੰ ਇੱਕ ਵੱਡੇ ਸੰਕਲਪ ਦੇ ਰੂਪ 'ਚ ਵੇਖਣਾ ਪਵੇਗਾ ਕਿ ਗੁਰੂ ਦੀ ਦਸਤਾਰ ਦੇ ਪਿੱਛੇ ਕਿਰਦਾਰ ਖੜਾ ਹੈ। ਜਦੋਂ ਕਿ ਜਹਾਂਗੀਰ ਦੀ ਦਸਤਾਰ ਦੇ ਪਿੱਛੇ ਕਿਰਦਾਰ ਕਸ਼ੀ ਖੜੀ ਹੈ, ਪਰ ਉਸ ਗੁਰੂ ਦੇ ਕਿਰਦਾਰ ਦੀ ਗੱਲ ਢਾਡੀ ਨੱਥਮਲ ਤੇ ਅਬਦੁੱਲਾ ਕਿਸ ਉਮਰ 'ਚ ਕਰ ਰਹੇ ਨੇ? 11 ਸਾਲ ਦੀ ਉਮਰ। ਤੇ ਭਾਈ ਸਾਹਿਬ ਭਾਈ ਗੁਰਦਾਸ ਨੂੰ ਇਹ ਗੱਲ ਕਹਿਣੀ ਪਈ 5 ਪਿਆਲੇ 5 ਪੀਰ 6ਠਮ ਪੀਰ ਬੈਠਾ ਗੁਰ ਭਾਰੀ, ਦਲ ਭੰਜਨ ਗੁਰ ਸੂਰਮਾ ਵੱਢ ਜੋਧਾ ਬਹੁ ਪਰਉਪਕਾਰੀ, ਅਰਜਨ ਕਾਇਆ ਪਲਟ ਕੇ ਸਰੀਰ ਮੂਰਤ ਹਰਗੋ ਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਪਰਉਪਾਰੀ। ਸੋ ਇਸ ਚੀਜ਼ ਨੂੰ ਭਾਈ ਗੁਰਦਾਸ ਨੇ ਖੋਲ ਕੇ ਰੱਖ ਦਿੱਤਾ ਕਿ ਗੁਰ ਭਾਰੀ ਕਿਵੇਂ ਹੈ, ਜੋਤ ਕੀ ਹੈ, ਕਾਇਆ ਕਿਵੇਂ ਬਦਲ ਰਹੀ ਹੈ, ਜੋਤ ਦੇ ਵਿੱਚ ਜਿਹੜੀ ਜੁਗਤ ਹੈ ਉਹਦੇ ਸਦਕਾ ਜੋਤ ਪ੍ਰਵਾਹਿਤ ਕਿਵੇਂ ਹੋ ਰਹੀ ਹੈ, ਇਹ ਬਿਲਕੁਲ ਸਾਹਮਣੇ ਖੋਲ ਕੇ ਰੱਖ ਦਿੱਤਾ। ਹੁਣ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਇਸੇ ਪਰੰਪਰਾ ਦੇ ਵਿੱਚ ਕਿਵੇਂ ਸ਼ਹਾਦਤ ਹੋਈ ਸਾਨੂੰ ਸਾਰਿਆਂ ਨੂੰ ਪਤਾ ਹੈ। ਸ਼ਹਾਦਤ ਦੇ ਵਿੱਚੋਂ ਜਿਹੜਾ ਸੰਕਲਪ ਪੈਦਾ ਹੁੰਦਾ, ਜਿਹੜਾ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦਾ ਸੂਚਕ ਹੈ, ਜ਼ੋਰ ਉਸ ਤੇ ਦੇਣਾ ਚਾਹੀਦਾ ਹੈ। ਹੁਣ 2 ਸ਼ਬਦ ਬਿਲਕੁਲ ਇੱਕੋ ਜਿਹੇ ਨੇ, ਸਾਰੇ ਸਰੋਤਾਂ 'ਚ ਪੜ੍ਹ ਲਿਓ। ਇੱਕ ਸ਼ਬਦ ਗੁਰੂ ਨਾਨਕ ਸਾਹਿਬ ਸੁਲਤਾਨਪੁਰ ਕਹਿ ਰਹੇ ਨੇ, ਇੱਕ ਸ਼ਬਦ ਜਿਹੜੇ ਨੇ ਉਹ ਛੋਟੇ ਸਾਹਿਬਜ਼ਾਦੇ ਵਜ਼ੀਰ ਖਾਨ ਦੀ ਕਚਹਿਰੀ 'ਚ ਕਹਿ ਰਹੇ ਨੇ। ਸ਼ਬਦ ਦੋਵੇਂ ਹੀ ਇੱਕ ਨੇ। 2 ਸ਼ਿਕਾਇਤਾਂ ਲੱਗ ਰਹੀਆਂ ਨੇ, ਦੋਵਾਂ ਦੀ ਸਮਰੂਪਤਾ ਹੈ। 2 ਵਿਚਾਰਧਾਰਾਵਾਂ ਜਿਹੜੀਆਂ ਨੇ ਉਹਨਾਂ ਦਾ ਖੰਡਨ ਕੀਤਾ ਜਾ ਰਿਹਾ, ਦੋਵਾਂ ਦੀ ਸਮਰੂਪਤਾ ਹੈ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਘਟਨਾ ਤੁਸੀਂ ਸਾਰੇ ਜਾਣਦੇ ਹੋ। ਸੁਲਤਾਨਪੁਰ ਲੋਧੀ ਨਮਾਜ਼ ਦੇ ਵਿੱਚ ਉਹਨਾਂ ਨੇ ਕਾਜ਼ੀ ਨੂੰ ਨਿਰੁੱਤਰ ਕੀਤਾ। ਸੁਲਤਾਨਪੁਰ ਲੋਧੀ ਉਸ ਵੇਲੇ ਸੁਲਤਾਨ ਖਾਨ ਦਾ ਵਸਾਇਆ ਹੋਇਆ ਏਸ਼ੀਆ ਦਾ, ਹਿੰਦੁਸਤਾਨ ਦਾ ਨਾਂ ਕਹੀਏ, ਏਸ਼ੀਆ ਦਾ ਸਭ ਤੋਂ ਵੱਡਾ ਵਿੱਦਿਆ ਦਾ ਸੈਂਟਰ ਸੀ। ਜਹਾਂਗੀਰ ਨੇ ਇੱਥੇ ਪੜ੍ਹਾਈ ਕੀਤੀ, ਸ਼ਾਹਜਹਾਨ ਨੇ ਇੱਥੇ ਪੜ੍ਹਾਈ ਕੀਤੀ, ਔਰੰਗਜ਼ੇਬ ਮੁਅੱਸਰੇ ਆਲਮਗੀਰੀ ਨੂੰ ਪੜ੍ਹ ਕੇ ਵੇਖਿਓ, ਔਰੰਗਜ਼ੇਬ ਵੀ ਇੱਥੋਂ ਹੀ ਪੜ੍ਹ ਕੇ ਗਿਆ। ਸ਼ਾਇਦ ਤੁਹਾਨੂੰ ਯਾਦ ਹੋਵੇ ਅਹਿਕਾਮੇ ਆਲਮਗੀਰੀ ਦੇ ਵਿੱਚ ਇੱਕ ਬੜੀ ਛੋਟੀ ਜਿਹੀ ਘਟਨਾ ਹੈ। ਔਰੰਗਜ਼ੇਬ ਨੇ ਕਿਸੇ ਨਾਲ ਗੱਲ ਕਰਦਿਆਂ ਕਰਦਿਆਂ ਆਪਣੇ ਦਰਬਾਰ ਦੇ ਵਿੱਚ ਇੱਕ ਗੱਲ ਕਹਿ ਦਿੱਤੀ, ਕੁਲਹਾਂ ਲੈਂਦੇ ਬਾਵਲੇ ਲੈਂਦੇ ਵੱਡੇ ਨਲੱਜ, ਚੂਹਾ ਖੱਡ ਨਾ ਸਮਾਵਈ ਤਿੱਕਲ ਬੰਨੇ ਛੱਜ। ਉਹਦੇ ਕਾਜ਼ੀਆਂ ਨੇ ਇਤਰਾਜ਼ ਕੀਤਾ, ਕਾਫਰ ਦੀ ਬਾਣੀ ਪੜ੍ਹ ਰਿਹਾ ਔਰੰਗਜ਼ੇਬ ਹੋ ਕੇ। ਕਹਿੰਦਾ ਇਹ ਬਾਣੀ ਹੈ? ਕਹਿੰਦੇ ਹਾਂ। ਕਹਿੰਦਾ ਮੈਨੂੰ ਤਾਂ ਨਹੀਂ ਸੀ ਪਤਾ, ਪਰ ਜਿੱਥੇ ਮੈਂ ਸੁਲਤਾਨਪੁਰ ਪੜ੍ਹਿਆ ਕਰਦਾ ਸੀ ਨਾ ਉੱਥੇ ਇਹ ਪੜ੍ਹਾਈ ਜਾਂਦੀ ਸੀ। ਹੁਣ ਤੁਸੀਂ ਇਹ ਗੱਲ ਵੇਖੋ ਕਿ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨੇ ਉਸ ਮਦਰਸਾ ਸਿਸਟਮ ਨੂੰ ਕਿੰਨਾ ਪ੍ਰਭਾਵਿਤ ਕੀਤਾ। ਇਸਲਾਮ ਦਾ ਜਿਹੜਾ ਸੈਂਟਰ ਆਫ ਰਿਲੀਜਨ ਹੈ, ਜਿੱਥੇ ਅਕੈਡਮਿਕਸ ਦੇ ਉੱਪਰ ਰਿਸਰਚ ਹੋ ਰਹੀ ਹੈ, ਉਹਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਕਿੰਨੀ ਹੈ ਕਿ ਔਰੰਗਜ਼ੇਬ ਛੋਟਾ ਹੁੰਦਾ ਉੱਥੇ ਪੜ੍ਹ ਰਿਹਾ ਤੇ ਗੁਰੂ ਨਾਨਕ ਸਾਹਿਬ ਦੀ ਬਾਣੀ ਇਹਦਾ ਮਤਲਬ ਉੱਥੇ ਗੂੰਜਦੀ ਸੀ। ਉਸ ਬਾਣੀ ਦੇ ਉੱਪਰ ਉੱਥੇ ਗੱਲ ਹੁੰਦੀ ਸੀ, ਖੋਜ ਹੁੰਦੀ ਸੀ, ਚਰਚਾ ਚੱਲਦੀ ਸੀ, ਤਾਂ ਹੀ ਉਸ ਬੱਚੇ ਦੀ ਮਾਨਸਿਕਤਾ ਦੇ ਉੱਪਰ ਉਸ ਗੱਲ ਦਾ ਅਸਰ ਹੈ ਕਿ ਉਹ ਰਾਜ ਦੇ ਵਿੱਚ ਉਹ ਗੱਲ ਕਰ ਰਿਹਾ। ਹੁਣ ਗੁਰੂ ਨਾਨਕ ਸਾਹਿਬ ਨੂੰ ਦੌਲਤ ਖਾਨ ਦੇ ਸਾਹਮਣੇ ਹਾਜ਼ਰ ਹੋਣ ਦਾ ਹੁਕਮ ਹੈ। ਸ਼ਿਕਾਇਤ ਕੀਤੀ ਗਈ ਇੱਕ ਬ੍ਰਾਹਮਣ ਦੇ ਵੱਲੋਂ, ਪ੍ਰਭਾਵਿਤ ਵਰਗ ਹੈ ਮੌਲਵੀ ਵਰਗ। ਜਦੋਂ ਅਸੀਂ ਦਾਰੁਲ ਹਰਮ, ਦਾਰੁਲ ਕੁਫਰ, ਦਾਰੁਲ ਇਸਲਾਮ ਦੀ ਗੱਲ ਕਰਦੇ ਹਾਂ ਨਾ, ਇਹ ਜਿਹੜੀਆਂ 3 ਟਰਮਸ ਨੇ,
ਇਹ ਤਿੰਨੇ ਟਰਮਸ ਨਾ ਤੇ ਮੁਕੱਦਸ ਕੁਰਾਨ ਸ਼ਰੀਫ ਦੇ ਵਿੱਚ ਨੇ, ਨਾ ਪਾਕ ਹਦੀਸ ਦੇ ਵਿੱਚ, ਨਾ ਫਜ਼ਾਇਲ ਅਮਾਲ ਦੇ ਵਿੱਚ ਨੇ, ਨਾ ਫੈਜ਼ਾਨ ਸੁਨਨਤ ਦੇ ਵਿੱਚ ਨੇ, ਔਰ ਨਾ ਹੀ ਤਰੀਕੁਲ ਇਸਲਾਮ ਦੇ ਵਿੱਚ, ਨਾ ਤਲੀਮ ਇਸਲਾਮ ਦੇ ਵਿੱਚ। ਇਹ ਇਸਲਾਮ ਦੀਆਂ 5 ਕਿਤਾਬਾਂ 'ਚ ਨਹੀਂ ਹੈਗੀਆਂ। ਅੱਬੂ ਹਨੀਫਾ ਨਾਂ ਦਾ ਇੱਕ ਸਕਾਲਰ ਹੋਇਆ ਜਿਸ ਨੇ ਇਹਨਾਂ ਟਰਮਸ ਨੂੰ ਡਿਫਾਈਨ ਕੀਤਾ ਹੈ। ਹੁਣ ਜਦੋਂ ਔਰੰਗਜ਼ੇਬ ਦਾਰੁਲ ਹਰਬ ਤੋਂ ਦਾਰੁਲ ਇਸਲਾਮ ਦੀ ਗੱਲ ਕਰਦਾ ਹੈ ਤੇ ਉਹਦੇ ਤੋਂ ਪਹਿਲਾਂ ਵੀ ਇਹ ਕੋਸ਼ਿਸ਼ਾਂ ਹੋ ਚੁੱਕੀਆਂ ਨੇ ਕਿ ਕਿਸੇ ਤਰ੍ਹਾਂ ਸਾਰੇ ਹਿੰਦੁਸਤਾਨ ਨੂੰ ਇਸਲਾਮ ਦੇ ਦਾਇਰੇ 'ਚ ਲਿਆਂਦਾ ਜਾਵੇ। ਤੇ ਉਸੇ ਹਿੰਦੁਸਤਾਨ ਦੇ ਦਾਇਰੇ 'ਚ ਵੇਖੋ 4 ਚੀਜ਼ਾਂ ਹੁੰਦੀਆਂ ਨੇ। ਇਹਨਾਂ 4 ਚੀਜ਼ਾਂ ਤੋਂ ਬਿਨਾਂ ਕਦੀ ਵੀ ਕਿਸੇ ਸਟੇਟ ਨੂੰ ਪੈਦਾ ਨਹੀਂ ਕੀਤਾ ਜਾ ਸਕਦਾ। ਉਹ 4 ਚੀਜ਼ਾਂ ਕਿਹੜੀਆਂ ਨੇ? ਰਾਜਾ, ਮੁਕੱਦਮ, ਕਾਜ਼ੀ, ਬ੍ਰਾਹਮਣ। ਇਹ ਸੰਕੇਤ ਰੂਪ 'ਚ ਤੁਹਾਨੂੰ ਇਹ 'ਚ ਸ਼ਬਦ ਲੱਗਣਗੇ ਕਿ ਬਸ ਗੁਰੂ ਨਾਨਕ ਸਾਹਿਬ ਨੇ ਛੋਟੀ ਜਿਹੀ ਗੱਲ ਕਰ ਦਿੱਤੀ, ਰਾਜੇ ਛੀ ਮੁਕੱਦਮ ਕੁੱਤੇ, ਕਾਜੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾ ਆਵੇ ਜੀਆਂ ਕਾਏ। ਇੱਕ ਸਿਸਟਮ ਹੈ, ਰਾਜਾ ਸਟੇਟ ਹੈ, ਮੁਕੱਦਮ ਬਿਊਰੋਕ੍ਰੇਸੀ ਹੈ, ਕਾਜ਼ੀ ਜੁਡੀਸ਼ਰੀ ਹੈ, ਉਹਦੇ ਕੋਲ ਕਾਨੂੰਨ ਦਾ ਅਧਿਕਾਰ ਹੈ, ਤੇ ਬ੍ਰਾਹਮਣ ਧਾਰਮਿਕ ਅਧਿਕਾਰੀ ਹੈ। ਇਹ ਜਦੋਂ 4 ਕਰਪਟ ਹੋ ਜਾਂਦੇ ਨੇ ਨਾ, ਉਦੋਂ ਇੱਕ ਨਵਾਂ ਧਰਮ ਜਨਮ ਲੈਂਦਾ ਹੈ ਜਿਹੜੀ ਲੋਕਾਂ ਦੇ ਵਿੱਚ ਇਨਕਲਾਬ ਪੈਦਾ ਕਰਦਾ ਹੈ। ਜਦੋਂ ਇਹ 4 ਚੀਜ਼ਾਂ ਕਰਪਟ ਹੋ ਜਾਂਦੀਆਂ ਨੇ, ਰਾਜਾ, ਮੁਕੱਦਮ, ਕਾਜ਼ੀ, ਬ੍ਰਾਹਮਣ, ਇਹ ਸਟੇਟ ਦੇ 4 ਥੰਮ ਨੇ। ਸਟੇਟ, ਬਿਊਰੋਕ੍ਰੇਸੀ, ਜੁਡੀਸ਼ਰੀ ਤੇ ਰਿਲੀਜੀਅਸ ਇੰਸਟੀਟਿਊਸ਼ਨਸ। ਜਦੋਂ ਇਹਨਾਂ 'ਚ ਕਰਪਸ਼ਨ ਆ ਜਾਂਦੀ ਹੈ, ਲੋਕਾਂ ਦੇ ਵਿੱਚ ਆਮ ਤੌਰ ਤੇ ਉਪੱਦਰ ਪੈਦਾ ਹੋ ਜਾਂਦਾ ਹੈ। ਜਦੋਂ ਉਪੱਦਰ ਪੈਦਾ ਹੁੰਦਾ ਹੈ ਫਿਰ ਅਸੀਂ ਇਸ ਨੂੰ ਕਹਿ ਦਿੰਦੇ ਗਦਰ। ਇਹ ਵੀ ਅਰਬੀ ਭਾਸ਼ਾ ਦਾ ਸ਼ਬਦ ਹੈ। ਗਦਰ ਦੇ ਅੱਗੋਂ 4 ਮੀਨਿੰਗ ਹੁੰਦੇ ਨੇ, ਉਪੱਦਰ, ਹਿਲਜੁਲ, ਬਗਾਵਤ, ਬੇਵਫਾਈ। ਹਰ ਮੂਵਮੈਂਟ 'ਚ 4 ਚੀਜ਼ਾਂ ਪੱਕੀਆਂ ਹੁੰਦੀਆਂ ਨੇ। ਸਟੇਟ ਦੇ ਖਿਲਾਫ ਹਿਲਜੁਲ ਹੁੰਦੀ ਹੈ, ਲੋਕੀ ਬਗਾਵਤ ਕਰਦੇ ਨੇ, ਬਗਾਵਤ ਕਰ ਰਹੇ ਲੋਕਾਂ ਨਾਲ ਬੇਵਫਾਈ ਹੁੰਦੀ ਹੈ, ਤੇ ਉਸ ਤੋਂ ਬਾਅਦ ਉਪੱਦਰ, ਕਤਲੇਆਮ ਵੀ ਹੋ ਜਾਂਦਾ ਹੈ। ਸੋ ਇਹ 4 ਚੀਜ਼ਾਂ ਸਾਰੀਆਂ ਉੱਚ ਡਿਫਾਈਨ ਹੋ ਜਾਂਦੀਆਂ ਨੇ। ਖੈਰ ਗੱਲ ਹੋ ਰਹੀ ਹੈ ਗੁਰੂ ਨਾਨਕ ਸਾਹਿਬ ਦੇ ਸਾਹਮਣੇ 2 ਵਿਚਾਰਧਾਰਾਵਾਂ ਨੇ। ਇੱਕ ਸ਼ਿਕਾਇਤਕਰਤਾ ਧਿਰ ਹੈ ਕਿ ਗੁਰੂ ਨਾਨਕ ਸਾਹਿਬ ਜਿਹੜੇ ਨੇ ਅਵਤਾਰਵਾਦ ਦਾ ਖੰਡਨ ਕਰਕੇ ਇੱਕ ਨਿਰੰਕਾਰ ਦੀ ਗੱਲ ਕਰ ਰਹੇ ਨੇ, ਸਾਡੀ ਬਹੁ ਦੇਵ ਪ੍ਰਥਾ ਨੂੰ ਤੋੜ ਰਹੇ ਨੇ। ਦੂਜੇ ਕਹਿ ਰਹੇ ਨੇ ਕਿ ਸਟੇਟ ਦੇ ਖਿਲਾਫ ਇਹ ਹੈ ਇਹ ਗੱਲ ਕਿ ਗੁਰੂ ਨਾਨਕ ਸਾਹਿਬ ਦਾ ਸਟੇਟ ਦੇ ਧਰਮ ਦੇ ਖਿਲਾਫ ਇੱਕ ਵੱਖਰੇ ਧਰਮ ਦੀ ਨਹੀਂ ਰੱਖਣਾ। ਹੁਣ ਗੁਰੂ ਨਾਨਕ ਸਾਹਿਬ ਕੀ ਕਹਿੰਦੇ ਨੇ? ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਤੁਹਾਨੂੰ ਆਪਣੇ ਦੇਵੀ ਦੇਵਤਿਆਂ ਦੀਆਂ ਉਹਨਾਂ ਪ੍ਰਥਾਵਾਂ ਤੇ ਮਾਣ ਹੋਵੇਗਾ, ਮੇਰੀ ਵਿਚਾਰਧਾਰਾ ਇੱਕ ਓਂਕਾਰ ਹੈ। ਸਾਹਮਣੇ ਨੂੰ ਕੀ ਕਹਿੰਦੇ ਨੇ? ਜਦੋਂ ਕਿਹਾ ਜਾਂਦਾ ਕਿ ਸਲਾਮ ਕਰੋ ਦੌਲਤ ਖਾਨ ਨੂੰ, ਤੇ ਗੁਰੂ ਨਾਨਕ ਸਾਹਿਬ ਦਾ ਜਿਹੜਾ ਸ਼ਬਦ ਹੈ, ਸੱਚੇ ਸਾਹਿਬ ਕੋ ਸਲਾਮ ਕੀਆ ਹੈ ਕਿਸੀ ਔਰ ਕੋ ਨਹੀਂ ਕਰਦਾ। ਇਹ ਹੁਣ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਹੈ। ਹੁਣ ਜਿਹੜੀ ਛੋਟੇ ਸਾਹਿਬਜ਼ਾਦੇ ਦੀ ਬਾਲ ਸ਼ਹੀਦੀ ਪਰੰਪਰਾ ਦੇ ਵਿੱਚ ਸ਼ਹਾਦਤ ਹੈ, ਉਹਨੂੰ ਅਸੀਂ ਇਸ ਰੂਪ 'ਚ ਵੇਖਣਾ ਹੈ। ਵਜ਼ੀਰ ਖਾਨ ਦੀ ਕਚਹਿਰੀ ਦੇ ਵਿੱਚ ਬਿਲਕੁਲ 2 ਵਿਚਾਰਧਾਰਾਵਾਂ ਨੇ, ਵਜ਼ੀਰ ਖਾਨ ਤੇ ਸੁੱਚਾ ਨੰਦ। ਹੁਣ ਉਹ ਵਿਚਾਰਧਾਰਾ ਦੇ ਵਿੱਚੋਂ ਜਦੋਂ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਜਾ ਕੇ ਵਜ਼ੀਰ ਖਾਨ ਨੂੰ ਸਲਾਮ ਕਰੋ, ਤੇ ਉਹਨਾਂ ਦੇ ਇਨ ਬਿਨ ਉਹੀ ਸ਼ਬਦ ਨੇ। ਕਿਹੜੇ ਸ਼ਬਦ ਨੇ? ਸੱਚੇ ਸਾਹਿਬ ਕੋ ਸਲਾਮ ਕੀਆ ਹੈ ਕਿਸੇ ਔਰ ਕੋ ਨਹੀਂ ਕਰਦੇ। ਦੂਜੀ ਗੱਲ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮੈਂ ਤੁਹਾਡੀ ਬਹੁ ਦੇ ਪ੍ਰਥਾ ਨੂੰ ਨਹੀਂ ਮੰਨਦਾ ਤੇ ਨਾ ਮੈਂ ਤੁਹਾਡੇ ਧਰਮ ਦੇ ਦਬਾਅ ਦੇ ਵਿੱਚ ਹਾਂ। ਉਹ ਕੀ ਕਹਿੰਦੇ ਨੇ? ਕਹਿੰਦੇ ਨੇ ਦੇਵੀ ਪੇ ਮਾਨ ਇਨਕੋ, ਸੁੱਚਾ ਨੰਦ ਤੈਨੂੰ ਆਪਣੇ ਦੇਵੀ ਦੇਵਤਿਆਂ ਤੇ ਮਾਣ ਹੋਵੇਗਾ। ਦੇਵੀ ਪੇ ਮਾਨ ਇਨਕੋ ਨਾਜ, ਤੁਹਾਨੂੰ ਦੇਵੀ ਤੇ ਨਾਜ ਹੋਵੇਗਾ, ਮਾਣ ਹੋਵੇਗਾ, ਤੁਸੀਂ ਉਹਦਾ ਮਾਣ ਕਰਦੇ ਹੋ। ਇਹਨੇ ਫੌਜੋਂ ਪੇ ਮਾਨ ਹੈ, ਵਜ਼ੀਰ ਖਾਨ ਸਟੇਟ। ਹੁਣ ਉੱਥੇ ਜਿਹੜਾ ਸਟੇਟ ਹੈ ਰਾਜਾ ਤੇ ਮੁਕੱਦਮ, ਉਹਨੂੰ ਰੱਦ ਕਿਵੇਂ ਕੀਤੇ ਜਾਂਦਾ? ਰਾਜਾ ਮੁਸਲਮਾਨ ਹੈ, ਮੁਕੱਦਮ ਹਿੰਦੂ ਆ, 2 ਵਿਚਾਰਧਾਰਾ ਦੇ ਸੂਚਕ ਨੇ। ਰੱਦ ਕਿਵੇਂ ਕਰਦੇ ਨੇ? ਦੇਵੀ ਪੇ ਨਾਜ ਇਨਕੋ, ਇਨੇ ਫੌਜੋਂ ਪੇ ਮਾਨ ਹੈ, ਆਸ਼ਿਕ ਹੈ ਹਮ ਖੁਦਾ ਕੇ ਹਥੇਲੀ ਪੇ ਚਾਲ ਹੈ। ਸਾਡੀ ਵਿਚਾਰਧਾਰਾ ਵੱਖਰੀ ਹੈ। ਸੋ ਗੱਲ ਸ਼ਹਾਦਤ ਦੀ ਨਹੀਂ ਹੈ, ਗੱਲ ਬਾਲ ਸ਼ਹੀਦੀ ਪਰੰਪਰਾ ਵਿੱਚ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਕਿਵੇਂ ਟਰੈਵਲ ਕਰਦੀ ਹੈ। ਤੇ ਜਦੋਂ ਉਹ ਵਿਚਾਰਧਾਰਾ ਪ੍ਰਵਾਹਿਤ ਹੁੰਦੀ ਹੈ, ਉਹਦੇ ਪਿੱਛੇ ਜਦੋਂ ਮਾਤਾ ਗੁਜਰੀ ਜੀ ਦਾ ਜਿਹੜਾ ਮੋਹ ਨੂੰ ਤਿਆਗਣ ਦਾ ਸਰੂਪ ਹੈ, ਉਹਨੂੰ ਵੇਖਣਾ ਪਵੇਗਾ। ਉਹ ਕਿੰਨਾ ਵੱਡਾ ਹੈ। ਆ ਪਿੱਛੇ ਜੇ ਗੱਲ ਚੱਲੀ ਸੀ, ਮੈਂ ਇਹ ਲੈਕਚਰ ਕੀਤਾ ਤੇ ਇੱਕ ਅਖੌਤੀ ਜਿਹਾ ਵਿਦਵਾਨ ਕਹਿੰਦਾ ਜੀ ਮਾਤਾ ਗੁਜਰੀ ਨੂੰ ਗੁਜਰ ਕੌਰ ਤੋਂ ਕਦੋਂ ਦਾ ਬਣਾ ਦਿੱਤਾ। ਸ਼ਾਇਦ ਉਸਨੂੰ ਇਹ ਨਹੀਂ ਪਤਾ ਗੁਰੂ ਸਾਹਿਬ ਨੇ ਕੌਰ ਨਾਮ ਸ਼ਬਦ ਜ਼ਰੂਰੀ ਕੀਤਾ ਹੈ, ਪਰ ਕੌਰ ਸ਼ਬਦ ਦੀ ਵਰਤੋਂ ਪਹਿਲਾਂ ਵੀ ਹੁੰਦੀ ਰਹੀ ਹੈ। ਮਾਤਾ ਗੁਜਰ ਕੌਰ ਜੀ ਦੇ ਮਾਤਾ ਦਾ ਨਾਮ ਵੀ ਬਿਸ਼ਨ ਕੌਰ ਸੀ। ਗੁਰੂ ਹਰ ਰਾਏ ਸਾਹਿਬ ਦੀ ਬੇਟੀ ਦਾ ਨਾਮ ਰੂਪ ਕੌਰ। ਰੂਪ ਕੌਰ, ਬਿਸ਼ਨ ਕੌਰ, ਇਹਨਾਂ ਨਾਮਾਂ ਦੀ ਵਰਤੋਂ ਪਹਿਲਾਂ ਹੁੰਦੀ ਰਹੀ ਹੈ ਤੇ ਉਹਨਾਂ ਨੇ ਆਪਣੀ ਬੱਚੀ ਦਾ ਨਾਮ ਵੀ ਗੁਜਰ ਕੌਰ ਹੀ ਰੱਖਿਆ ਕਿਉਂਕਿ ਉਹਨਾਂ ਦੀ ਪਰਿਵਾਰਕ ਪਰੰਪਰਾ ਸੀ। ਹੁਣ ਉਹ ਜਿਹੜੇ ਮਾਤਾ ਗੁਜਰ ਕੌਰ ਨੇ ਜਦੋਂ 14 ਸਾਲ ਦੀ ਉਮਰ 'ਚ ਕਰਤਾਰਪੁਰ ਦੀ ਜੰਗ 'ਚ ਆਪਣੇ ਪਤੀ ਨੂੰ ਲੜਦਿਆਂ ਵੇਖਦੇ ਨੇ, 14 ਸਾਲ ਦੀ ਜੰਗ ਦੇ ਵਿੱਚ। ਹੁਣ ਮੈਂ ਇਸ ਨੂੰ ਇੱਕ ਹੋਰ ਸ਼ਹੀਦੀ ਪਰੰਪਰਾ ਦੇ ਨਾਲ ਜੋੜ ਕੇ ਵੇਖਾਂ, ਸਾਹਿਬਜ਼ਾਦਾ ਜੁਝਾਰ ਸਿੰਘ। ਜਦੋਂ ਜੁਝਾਰ ਸਿੰਘ ਮੈਦਾਨੇ ਜੰਗ 'ਚ ਜਾਂਦੇ ਨੇ ਤੇ ਮੁਸਲਮਾਨ ਫੌਜ ਕਹਿੰਦੀ ਕੀ ਆ?
बच बच के लड़ो कलगियों वालों के पिसर से, जे नीम चाल लाए हैं गोबिंद की कमर से। ते दसम पातशाह की कहते हैं, देते हैं हम खंजर इसे शमशीर समझना, नेजे की जगह दादा का तुम तीर समझना। गुरु साहब जुझार सिंह दी शस्त्र विद्या ते मैदाने जंग च जाण दी प्रवृत्ति नूं तशबीह दादे नाल क्यों दिंदे ने? क्योंकि दोवें 14 साल की उम्र च लड़ रहे हैं। गुरु तेग बहादुर साहब भी जी पहली जंग लड़ते हैं 14 साल है, जुझार सिंह भी 14 साल की उम्र जा रहा है। इसे करके अजीत सिंह की तशबीह वो दादे नाल नहीं दिंदे, जुझार सिंह दी दिंदे। हुण गुरु साहब मैदाने जंग 14 साल की आयु च लड़ रहे हैं, तो माता नानकी जी कुदरतन माता ने सुनेहा भेजा, उम्र 14 साल है बेटा, बड़ी भयानक जंग हो रही है, तू वापस आ जा। असीं कहने त्याग की मूरत, निर्मलता की मूरत, प्रेम की मूरत गुरु तेग बहादुर साहब के बारे, वैराग की मूरत। असी इस गल ते बहुत घट कंसनट्रेट करते हैं कि विचारधारा का पक्ष दृढ़ता तो किवें पैदा होंदा है। भै काहू को देत नह पै मानत आन। असी उस गल नूं समझना पवेगा। माँ का स्नेहा है, बेटा 14 साल की आजू है, ब्याह होए नूं कुछ महीने होए ने, पत्नी तेरी कोठे ते चढ़ के तेनों मैदाने जंग च लड़दा वेख रही है, तू वापस आ जा। ते निर्मलता ते त्याग की मूरत गुरु साहब जिहड़े उस वेले गुरता गद्दी के अधिकारी नहीं, शब्द पता की है? नह हते जंग नह हते तन। मैदाने जंग च सूरमा जां तां शहीद होकर लाश के रूप च वापस आता है, तो जां दुश्मन नूं खत्म करके जेतू जरनैल के रूप च वापस आता है। सो यही जी विचारधारा सी गुंचा जी ने प्रगट कर दी है, जिसनों कहते हैं कि जो गुरु तेग बहादुर साहब की शहादत के सामने काजी वहाबुद्दीन मुतफलत खान के सामने बैठा सवाल करता है ना कि तुसी अपनी विचारधारा नूं बदल लो, जां करामात जां कलमा जां कतल, तीन चीज़ों ने, तीन काफ की वरतों करता है, जां करामात विखा दो, जां कलमा पढ़ लो, जां फिर कतल वास्ते तैयार हो। तो जी गुरु तेग पातशाह की, गुरु तेग बहादुर साहब की विचारधारा गुंचा जी पेश करते हैं कविता विच, वो कितनी प्यारी है। मैं हाँ तेग ते परख लै तेग तू भी, एक दो नहीं परख लै 100 तेगा, मैनू तेग बहादुर का लकब मिलिया, मेरा कुछ नहीं सकदियां खो तेगा, मैं तो जमद्या तेगां दी छां माणी, मेरे प्यो ने पहनिया 2 तेगां, मेरे पिता की अणख बहादरी ते रिया परख दा तेरा प्यो तेगां, हुण आउंदी वेखी आउंदे भविख अंदर, मेरे पुत ने वाहुणियां ओ तेगां, ओदी तेग चों जिहड़ी तेग निकलू लखां लहूगी तेरियां खो तेगां। सो वो जिहड़ा 14 साल की उम्र च तेग वाही का कंसैप्ट है, शहादत के सामने क्यों प्रकाशमान होता है? क्योंकि उस शहादत के विचों सिक्ख्या लैके माता गुजरी जी मोह के बंधन तोड़ के छोटे साहबजादे नूं शहीदी परंपरा का हिस्सा बना रहे हैं। तो शब्द की ने? बेटा जी हमरे बंस रीत इम आई। कदी पढ़ाया जाता सी तुलसी जी रामायण दे विच, रघुकुल रीत सदा चल आई, प्राण जाई पर बचन न जाई। बचन किते भी पूरा नहीं किया, बचन कितने पूरा नहीं किया। स्वंबर दे विच जित्ती सीता नूं विचारी नूं दर दर ठोकरां खाण दे वास्ते मजबूर किया। पर इत्थे माता गुजरी कौर जी की कह रहे हैं? हमरे बंस रीत इम आई, प्राण जाई पर धर्म ना जाई। गल बचन दी नहीं है, ये तुलसीदास तो बड़ा उच्चा कंसैप्ट है, प्राण जाई पर धर्म ना जाई। हमने सीस भेंट किए हैं जैसे वड्डियों ने दिए हैं, जिवें तुहाडे वड्डियां ने कीते ने। हुण बच्चियां नूं तशबीह की जा रही वड्डियां दी, इहदा भाव कि शहीदी परंपरा असीं बाल परंपरा ते कहने हैं, पर शहादत के पैरामीटर च कोई अंतर नहीं। शहादत बराबर है, उस पैरामीटर दे च कोई अंतर नहीं। अंतर क्यों नहीं है? क्योंकि जिहड़ा शहादत का संकल्प है, एक सिख कौम ने अपने आप दे विच इसनूं परिभाषित किया है। भावें कि जिहड़ा शहीद शब्द है इसनूं आज़ाद इस्लाम ने किया, उन्हें पैरामीटर बड़ा छोटा रखा। जंगे ओहद दे विच उमैद बिन कमैया ने तलवार मारी मुहम्मद साहब दे, जमीन ते डिग पे, बेहोश होए नहीं सी होण दा नाटक किया कि मैं मर गया। उन्हां समयां दे विच इह गल आम हुंदी सी कि कुछ लोग जिहड़े मैदाने जंग च डरदे सी, वो मरण दा नाटक करते सी। जिहड़ा विरोधी हुंदा सी, वो भी इन्ना बच्चा नहीं सी, वो की करदा सी, पत्थर दे नाल दंद तोड़ के वेखदा सी। ओबवियसली बंदा जीदा होएगा, थोड़ी जी चीख तो मारेगा, जिंदे बंदे का दंद तोड़ांगे। मुहम्मद साहब का दंद तोड़िया गया, सी नहीं की। क्यों? मौत तो डरदिया। इस गल नूं वारिस हीर दे विच लिखदा, कहंदा दित्ती जहर तकदीर ने हसन ताई सीस, शाह हुसैन दा कटदी है वारिस, नबी दा दंद शहीद होया तकदीर ना किसे तो हटदी है। वो टुੱਟੇ दंद नूं कहंदे शहीद होया। असीं गुरु गोबिंद सिंह महाराज नूं कदी शहीद नहीं कहंदे, भावें सानूं ये भी पता कि उन्हां दे उपर जानलेवा हमला होया। क्यों? असी शहीद उन्होंने गिणते हैं जां ते मैदाने जंग दे विच अपना आपा कुर्बान कर देवे, ते जां जिहदे वास्ते जिंदगी का एक दरवाजा खुला होवे कि वह अपने अकीदे नूं त्याग के जिंदगी जी सकता है। गुरु साहब दे ज्योति जो समाउण दा कारण पठान दा वज्जा छुरा है,
ਅਸੀਂ ਕਦੀ ਸ਼ਹੀਦ ਗੁਰੂ ਗੋਬਿੰਦ ਸਿੰਘ ਨਹੀਂ ਕਹਿੰਦੇ। ਕਿਉਂ? ਭਾਵੇਂ ਸਾਡਾ ਗੁਰੂ ਹੈ, ਅਸੀਂ ਸ਼ਹੀਦੀ ਦੀ ਪਰੰਪਰਾ ਦੇ ਪੈਰਾਮੀਟਰ ਨੂੰ ਨੀਵਾਂ ਨਹੀਂ ਕਰਨਾ ਚਾਹੁੰਦੇ। ਸਾਡਾ ਪੈਰਾਮੀਟਰ ਉੱਚਾ, ਅਸੀਂ ਟੁੱਟੇ ਦੰਦ ਨੂੰ ਸ਼ਹੀਦ ਕਹਿ ਕੇ ਸ਼ਹੀਦ ਬਣਾਉਣ ਵਾਲੇ ਨਹੀਂ ਹਾਂ। ਸਾਡਾ ਪੈਰਾਮੀਟਰ ਬਹੁਤ ਉੱਚਾ ਹੈ। ਸਾਡਾ ਸ਼ਹੀਦੀ ਦਾ ਮਿਆਰ, ਸਾਡਾ ਸੰਕਲਪ, ਉਹਦੀ ਵਿਚਾਰਧਾਰਾ, ਉਹਦੀ ਸੁੰਦਰਤਾ, ਉਹਦਾ ਜਲਾਲੀ ਰੂਪ ਜਿਹੜਾ ਇੱਕ ਵੱਖਰਾ ਹੈ। ਇਸੇ ਕਰਕੇ ਮੈਨੂੰ ਬੜਾ ਦੁੱਖ ਹੁੰਦਾ ਜਦੋਂ ਕਹਿੰਦੇ ਜੀ ਗੁਰੂ ਤੇਗ ਬਹਾਦਰ ਸਾਹਿਬ ਦਾ ਬਲੀਦਾਨ। ਬਲੀਦਾਨ ਤਾਂ ਬਲੀ ਵੇਦੀ ਚੋਂ ਆਇਆ, ਵੇਦਾਂ ਚੋਂ ਆ ਰਿਹਾ। ਕਿਸੇ ਚੀਜ਼ ਦੀ ਪੂਰਤੀ ਦੇ ਵਾਸਤੇ ਕਿਸੇ ਬੱਚੇ ਦੀ ਬਲੀ ਦੇਣੀ, ਉਹ ਵੀ ਬਲੀਦਾਨ ਹੈ। ਕਹਿਣਗੇ ਗੁਰੂ ਤੇਗ ਬਹਾਦਰ ਸਾਹਿਬ ਦੀ ਕੁਰਬਾਨੀ, ਕੁਰਬਾਨੀ ਤੇ ਬਕਰੀਦ ਤੇ ਬੱਕਰੀ ਦੀ ਵੀ ਦਿੱਤੀ ਜਾਂਦੀ ਹੈ, ਧੱਕੇ ਨਾਲ ਫੜ ਕੇ ਵੱਢ ਦਿੱਤਾ ਜਾਂਦਾ ਹੈ। ਕੁਰਬਾਨੀ ਤੇ ਬਲੀਦਾਨ ਸ਼ਬਦ ਬਹੁਤ ਛੋਟੇ ਨੇ। ਸ਼ਹਾਦਤ ਸ਼ਬਦ ਦਾ ਇੱਕ ਆਪਣਾ ਸੰਕਲਪ ਹੈ, ਇੱਕ ਆਪਣਾ ਰੂਪ ਹੈ, ਇੱਕ ਜਲਾਲੀ ਰੂਪ ਹੈ। ਮੁਸਲਮਾਨ ਕਦੀ ਵੀ ਕੁਰਬਾਨੀ ਤੇ ਬਲੀਦਾਨ ਸ਼ਬਦ ਨਹੀਂ ਵਰਤਣਗੇ, ਕਦੀ ਵੀ ਨਹੀਂ ਵਰਤਣਗੇ। ਉਹ ਕਿਹੜਾ ਸ਼ਬਦ ਵਰਤਣਗੇ? ਸ਼ਹਾਦਤ। ਕਿਉਂ? ਇਹ ਸ਼ਹਾਦਤ ਦੇ ਵਿੱਚੋਂ ਇੱਕ ਸਿੱਖਿਆ ਦਾ ਇੱਕ ਸੰਕਲਪ ਪ੍ਰਕਾਸ਼ਮਾਨ ਹੁੰਦਾ ਹੈ, ਨਾ ਕੁਰਬਾਨੀ 'ਚ ਹੁੰਦਾ, ਨਾ ਬਲੀਦਾਨ 'ਚ ਹੁੰਦਾ ਹੈ।